ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਦੂਜੇ ਕਾਂਡ ਦਾ ਚੌਥਾ ਭਾਗ ਭ੍ਰਿਗੂ। ਪੰਜਵਾਂ ਭਾਗ ਮਾਤਾ ਅਤੇ ਪਿਤਾ ਦੋਹਾਂ ਦਾ ਹੋਣਾ ਜ਼ਰੂਰੀ ਅਤੇ ਛੇਵਾਂ ਭਾਗ ਬ੍ਰਾਹਮਣ ਦੇ ਪ੍ਰਗਟ ਹੋਣ ਦੀ ਅਸਲੀਅਤ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭ੍ਰਿਗੂ ਪੁਰਾਣਾ ਦਾ ਕਥਨ ਹੈ ਕਿ ਮਾਨਵ ਧਰਮ ਸ਼ਾਸਤਰ ਤੋਂ ਹੀ ਭ੍ਰਿਗੂ ਮਹਾਰਾਜ ਨੇ ਮਨੂ ਸਿਮਰਤੀ ਗ੍ਰੰਥ ਲਿਖਿਆ ਸੀ। ਭ੍ਰਿਗੂ ਦੀ ਹੋਰ ਚਰਚਾ ਵੀ ਬੜੀ ਸੁਣੀ ਹੈ ਕਿ ਇਸ ਦਾ ਲਿਖਿਆ ਹੋਇਆ ਜੋਤਿਸ਼ ਦਾ ਪ੍ਰਸਿੱਧ ਗ੍ਰੰਥ ਹੁਸ਼ਿਆਰਪੁਰ ਵਿੱਚ ਹੈ ਅਤੇ ਹੋਰ ਵੱਖ-ਵੱਖ ਥਾਵਾਂ ਤੇ ਪਿਆ ਹੈ, ਜਿੱਥੇ ਬੇਅੰਤ ਲੋਕ ਜਾ ਕੇ ਆਪਣੀ ਜ਼ਿੰਦਗੀ ਦੇ ਹਾਲ ਪੁੱਛਦੇ ਹਨ। ਇਸ ਕਥਿਤ ਭ੍ਰਿਗੂ ਦੇ ਜਨਮ ਅਤੇ ਜੀਵਨ ਲੀਲਾ ਬਾਰੇ ਬੜੀ ਅਸ਼ਲੀਲ ਅਤੇ ਨਾ ਮੰਨਣਯੋਗ ਕਹਾਣੀ ਹਿੰਦੂ ਗ੍ਰੰਥਾਂ ਦੇ ਹਵਾਲੇ ਦੇ ਕੇ ਮਹਾਨ ਕੋਸ਼ ਦੇ 929 ਸਫ਼ੇ ਤੇ ਇਹਨਾਂ ਸ਼ਬਦਾਂ ਵਿੱਚ ਲਿਖੀ ਹੋਈ ਹੈ। ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਬ੍ਰਹਮਾ ਰੁਦਰ ਦਾ ਯੱਗ ਕਰਾ ਰਿਹਾ ਸੀ। ਉੱਥੇ ਇਕੱਠਿਆਂ ਹੋਇਆਂ ਦੇਵਤਿਆਂ ਦੀਆਂ ਇਸਤਰੀਆਂ ਅਤੇ ਕੰਨਿਆਂ ਨੂੰ ਦੇਖ ਕੇ ਬ੍ਰਹਮਾ ਦਾ ਵੀਰ ਪਾਤ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅਗਨ ਵਿੱਚ ਹਵਨ ਕੀਤਾ। ਉਸ ਤੋਂ 3 ਬਾਲਕ ਪੈਦਾ ਹੋਏ। ਸੁੰਦਰ ਬਾਲਕਾਂ ਨੂੰ ਵੇਖ ਕੇ ਸ਼ਿਵ, ਅਗਨ ਅਤੇ ਬ੍ਰਹਮਾ ਜੀ ਲਲਚਾਇਆ ਅਤੇ ਹਰੇਕ ਨੇ ਆਪਣੇ ਬਣਾਉਣੇ ਚਾਹੇ। ਹੋਰ ਦੇਵਤਿਆਂ ਨੇ ਵਿੱਚ ਪੈ ਕੇ ਝਗੜਾ ਨਿਬੇੜਿਆ ਅਤੇ ਤਿਹਾਂ ਨੂੰ ਇੱਕ ਵੰਡ ਦਿੱਤਾ। ਸ਼ਿਵ ਦੇ ਹਿੱਸੇ ਭ੍ਰਿਗੂ, ਅਗਨ ਨੂੰ ਅੰਗਰਾ ਅਤੇ ਬ੍ਰਹਮਾ ਨੂੰ ਕਵ ਸ਼ੁਕਰ ਮਿਲਿਆ। ਭ੍ਰਿਗੂ ਦਾ ਜ਼ਿਕਰ ਰਿਗਵੇਦ ਵਿੱਚ ਕਈ ਥਾਈਂ ਆਇਆ ਹੈ। ਮਨ ਸਿਮਰਤੀ ਦਾ ਕਰਤਾ ਇਹ ਵਿਦਵਾਨ ਹੈ। ਭਾਰਗਵ ਵੰਸ਼ ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ, ਉਹ ਇਸੇ ਭ੍ਰਿਗੂ ਤੋਂ ਚੱਲਿਆ ਹੈ। ਦਕਸ਼ ਪ੍ਰਜਾਪਤ ਯੱਗ ਜਿਸ ਵਿੱਚ ਸ਼ਿਵ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ, ਭ੍ਰਿਗੂ ਨੇ ਹੀ ਕਰਾਇਆ ਸੀ। ਜਦ ਸ਼ਿਵ ਨੇ ਆ ਕੇ ਆਪਣੇ ਗਣਾਂ ਤੋਂ ਜੱਗ ਭ੍ਰਿਸ਼ਟ ਕਰਵਾਇਆ, ਤਦ ਭ੍ਰਿਗੂ ਦੀ ਵੀ ਦਾੜੀ ਪੁੱਟੀ ਗਈ ਸੀ। ਪਦਮ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਸਾਰੇ ਰਿਸ਼ੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤਿਹਾਂ ਦੇਵਤਿਆਂ ਵਿੱਚੋਂ ਕਿਹੜਾ ਪੂਜਨਿਕ ਹੈ। ਭ੍ਰਿਗੂ ਨੇ ਆਖਿਆ, ਮੈਂ ਪ੍ਰੀਖਿਆ ਕਰਕੇ ਇਸ ਦਾ ਫੈਸਲਾ ਕਰਾਂਗਾ। ਸਭ ਤੋਂ ਪਹਿਲਾਂ ਸ਼ਿਵ ਪਾਸ ਪਹੁੰਚਿਆ। ਅੱਗੇ ਉਹ ਪਾਰਵਤੀ ਨਾਲ ਭੋਗ ਵਿਲਾਸ ਕਰ ਰਿਹਾ ਸੀ। ਇਸ ਪੋ ਰਿਸ਼ੀ ਨੇ ਸਰਾਪ ਦਿੱਤਾ ਕਿ ਸ਼ਿਵਲਿੰਗ ਰੂਪ ਬਣ ਜਾਏ। ਫਿਰ ਬ੍ਰਹਮਾ ਪਾਸ ਗਿਆ। ਉੱਥੇ ਵੀ ਭ੍ਰਿਗੂ ਦਾ ਮਾਣ ਨਹੀਂ ਹੋਇਆ, ਇਸ ਲਈ ਬ੍ਰਹਮਾ ਨੂੰ ਪੂਜਨ ਪਦਵੀ ਤੋਂ ਖਾਰਜ ਕੀਤਾ। ਅੰਤ ਜਦ ਵਿਸ਼ਨੂੰ ਪਾਸ ਗਿਆ ਤਾਂ ਉਹ ਸੁੱਤਾ ਪਿਆ ਸੀ। ਭ੍ਰਿਗੂ ਨੇ ਛਾਤੀ ਵਿੱਚ ਲੱਤ ਮਾਰ ਕੇ ਜਗਾਇਆ। ਵਿਸ਼ਨੂੰ ਨੇ ਕ੍ਰੋਧ ਦੀ ਥਾਂ ਭ੍ਰਿਗੂ ਦਾ ਪੈਰ ਪ੍ਰੇਮ ਭਾਵ ਨਾਲ ਮਲਿਆ ਅਰ ਆਖਿਆ ਕਿ ਆਪਦੇ ਚਰਨ ਨੂੰ ਮੇਰੇ ਕਠੋਰ ਸਰੀਰ ਨਾਲ ਸੱਟ ਵੱਜੀ ਹੋਣੀ ਹੈ। ਭ੍ਰਿਗੂ ਨੇ ਮੁੜ ਕੇ ਰਿਸ਼ੀ ਸਭਾ ਵਿੱਚ ਫੈਸਲਾ ਸੁਣਾਇਆ ਕਿ ਵਿਸ਼ਨੂੰ ਪੂਜਨੀਕ ਦੇਵ ਹੈ। ਦਸਮ ਗ੍ਰੰਥ ਦੇ ਕ੍ਰਿਸ਼ਨਾਵਤਾਰ ਕਾਵਿ ਵਿੱਚ ਇਸ ਪੂਜਾ ਦਾ ਜ਼ਿਕਰ ਇਉਂ ਲਿਖਿਆ ਹੈ, ਜਾਪ ਕਿਉ ਸਭ ਹੀ ਹਰ ਕੋ ਜਪ, ਜੋ ਭ੍ਰਿਗ ਆਏ ਕੈ ਬਾਤ ਸੁਣਾਈ। ਭਾਗ ਪੰਜਵਾਂ ਮਾਤਾ ਅਤੇ ਪਿਤਾ ਦੋਹਾਂ ਦਾ ਹੋਣਾ ਜ਼ਰੂਰੀ। ਭ੍ਰਿਗੂ ਅਥਵਾ ਹੋਰ ਮਿਥਿਹਾਸਕ ਹਸਤੀਆਂ ਜੋ ਮਾਤਾ ਅਤੇ ਪਿਤਾ ਦੇ ਸੰਜੋਗ ਤੋਂ ਬਿਨਾਂ ਕਿਸੇ ਕਰਾਮਾਤੀ ਢੰਗ ਨਾਲ ਜਨਮੀਆਂ ਦੱਸੀਆਂ ਗਈਆਂ ਹਨ, ਉਹ ਗੁਰਮਤਿ ਦੇ ਸਿਧਾਂਤ ਤੇ ਪੂਰੀਆਂ ਨਹੀਂ ਉਤਰਦੀਆਂ। ਗੁਰਬਾਣੀ ਅਨੁਸਾਰ ਬੱਚੇ ਦੇ ਜਨਮ ਲਈ ਮਾਤਾ ਅਤੇ ਪਿਤਾ ਦੋਹਾਂ ਦਾ ਹੋਣਾ ਜ਼ਰੂਰੀ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਪੰਨਾ 872। ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ, ਪੰਨਾ 1013। ਅਰਥ, ਮਾਂ ਤੇ ਪਿਓ ਦੇ ਸਰੀਰਕ ਸੰਜੋਗ ਮਿਲਾਪ ਦੀ ਰਾਹੀਂ ਹੀ ਪਰਮਾਤਮਾ ਜੀਵ ਪੈਦਾ ਕਰਦਾ ਹੈ। ਮਾਂ ਦਾ ਲਹੂ ਰਕਤ ਤੇ ਪਿਓ ਦਾ ਵੀਰਜ ਬਿੰਦ ਮਿਲਣ ਤੇ ਪਰਮਾਤਮਾ ਜੀਵ ਦਾ ਸਰੀਰ ਬਣਾਉਂਦਾ ਹੈ। ਮਾਂ ਕੀ ਰਕਤ ਪਿਤਾ ਬਿਧ ਧਾਰਾ, ਮੂਰਤ ਸੂਰਤ ਕਰ ਆਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ, ਪੰਨਾ 1022। ਅਰਥ, ਮਾਂ ਦਾ ਲਹੂ ਤੇ ਪਿਓ ਦੇ ਵੀਰਜ ਦੀ ਬੂੰਦ ਨੂੰ ਰਲਾ ਕੇ ਮਨੁੱਖ ਦਾ ਬੁੱਤ ਬਣਾ ਦਿੱਤਾ, ਸੋਹਣੀ ਸ਼ਕਲ ਬਣਾ ਦਿੱਤੀ। ਹਰੇਕ ਜੀਵ ਦੇ ਅੰਦਰ ਤੇਰੀ ਜੋਤ ਹੈ। ਜਿਹੜੀ ਵੀ ਪਦਾਰਥਾਂ ਦੀ ਬਖਸ਼ਿਸ਼ ਹੈ, ਸਭ ਤੇਰੀ ਹੀ ਹੈ। ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈ। ਇੱਕ ਅਕਾਲ ਪੁਰਖ ਹੀ ਹੈ ਜਿਸ ਦਾ ਨਾ ਕੋਈ ਮਾਤਾ ਪਿਤਾ ਹੈ
ਅਤੇ ਨਾ ਹੀ ਕਦੇ ਉਹ ਗਰਭ ਵਿੱਚ ਆਉਂਦਾ ਹੈ। ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਉ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਪੰਨਾ 156। ਅਰਥ, ਕਦੋਂ ਦੀ ਸਾਡੀ ਕੋਈ ਮਾਂ ਹੈ, ਕਦੋਂ ਦਾ ਸਾਡਾ ਕੋਈ ਪਿਓ ਹੈ, ਕਿਸ ਕਿਸ ਥਾਂ ਤੋਂ ਅਸੀਂ ਆਏ ਹਾਂ, ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਵੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨ ਕੋਏ, ਨਾਨਕ ਭੰਡੈ ਬਹਰਾ, ਏਕੋ ਸੱਚਾ ਸੋਏ। ਪੰਨਾ 473। ਅਰਥ, ਇਸਤਰੀ ਭੰਡ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ। ਜਗਤ ਵਿੱਚ ਕੋਈ ਮਨੁੱਖ ਵੀ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਕੇਵਲ ਇੱਕ ਸੱਚਾ ਪ੍ਰਭੂ ਹੈ ਜੋ ਇਸਤਰੀ ਤੋਂ ਕਦੇ ਨਹੀਂ ਜੰਮਿਆ। ਗੁਰੂ ਨਾਨਕ ਦੇਵ ਜੀ ਦਾ ਸਿੱਖ ਅਜਿਹੀ ਕਿਸੇ ਵੀ ਹਸਤੀ ਦੀ ਹੋਂਦ ਨੂੰ ਮਾਨਤਾ ਨਹੀਂ ਦੇ ਸਕਦਾ ਜਿਹੜੀ ਕੁਦਰਤ ਦੇ ਅਟੱਲ ਨਿਯਮ ਤੋਂ ਬਿਨਾਂ ਕਿਸੇ ਹੋਰ ਚਮਤਕਾਰੀ ਵਿਧੀ ਨਾਲ ਉਪਜੀ ਦਰਸਾਈ ਗਈ ਹੋਵੇ। ਹਿੰਦੂ ਧਰਮ ਦੀਆਂ ਕੁਝ ਪ੍ਰਸਿੱਧ ਕਥਿਤ ਹਸਤੀਆਂ ਦੇ ਜਨਮ ਬਾਰੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ। ਸੀਤਾ ਬਾਰੇ ਲਿਖਿਆ ਹੈ ਕਿ ਉਹ ਰਾਜੇ ਜਨਕ ਨੂੰ ਹਲ ਦੇ ਸਿਆੜ ਵਿੱਚੋਂ ਲੱਭੀ ਸੀ, ਅਤੇ ਦੂਜੀ ਗਾਥਾ ਹੈ ਕਿ ਉਹ ਰਿਸ਼ੀਆਂ ਦੇ ਲਹੂ ਦੀ ਬਣੀ ਸੀ। ਦ੍ਰੋਪਦੀ ਹਵਨ ਕੁੰਡ ਦੀ ਅਗਨੀ ਵਿੱਚੋਂ ਆਪਣੇ ਭਰਾ ਦੇ ਸਮੇਤ ਪੈਦਾ ਹੋਈ। ਪਾਂਡੋ ਪੰਜੇ ਭਰਾ ਪਿਤਾ ਤੋਂ ਬਿਨਾਂ ਰਿਸ਼ੀ ਦੇ ਮੰਤਰ ਦੀ ਸ਼ਕਤੀ ਨਾਲ ਜਨਮੇ, ਅਤੇ ਕੁੰਤੀ ਦਾ ਪਲੇਠੀ ਦਾ ਪੁੱਤਰ ਕਰਨ ਵੀ ਉਸੇ ਵਸ਼ੀਕਰਨ ਮੰਤਰ ਦੀ ਸ਼ਕਤੀ ਨਾਲ ਜਨਮਿਆ ਦਰਸਾਇਆ ਗਿਆ ਹੋਇਆ ਹੈ। ਕੌਰਵਾਂ ਦੇ ਜਨਮ ਬਾਰੇ ਮਹਾਭਾਰਤ ਗ੍ਰੰਥ ਵਿੱਚ ਲਿਖਿਆ ਹੈ ਕਿ ਧ੍ਰਿਤਰਾਸ਼ਟਰ ਦੀ ਰਾਣੀ ਗੰਧਾਰੀ ਨੇ ਯੁਧਿਸ਼ਟਰ ਦਾ ਜਨਮ ਆਪਣੇ ਗਰਭ ਵਿਚਲੇ ਬੱਚੇ ਨਾਲੋਂ ਪਹਿਲਾਂ ਹੋਇਆ ਸੁਣ ਕੇ ਆਪਣੇ ਗਰਭ ਤੇ ਗੁੱਸਾ ਕੱਢਦੀ ਨੇ ਸਖਤ ਚੋਟਾਂ ਮਾਰੀਆਂ ਤਾਂ ਇੱਕ ਮਾਸ ਦਾ ਗੋਲਾ ਬਾਹਰ ਆ ਗਿਆ, ਜਿਸ ਦੇ ਵਿਆਸ ਰਿਸ਼ੀ ਨੇ 100 ਟੋਟੇ ਕਰਕੇ ਉਸ ਨੂੰ 100 ਘਿਓ ਦਿਆਂ ਕੁੱਜਿਆਂ ਵਿੱਚ ਪਾ ਦਿੱਤਾ, ਜਿਸ ਤੋਂ 100 ਕੌਰਵ ਭਰਾ ਪੈਦਾ ਹੋ ਗਏ। ਦਰੋਣਾਚਾਰੀਆ। ਇਸੇ ਤਰ੍ਹਾਂ ਕੌਰਵਾਂ ਪਾਂਡਵਾਂ ਦੇ ਗੁਰੂ ਦਰੋਣ ਦਾ ਨਾਮ ਇਸ ਕਰਕੇ ਦਰੋਣ ਪਿਆ ਸੀ ਕਿਉਂਕਿ ਉਹ ਮਾਂ ਦੇ ਗਰਭ ਤੋਂ ਨਹੀਂ ਸਗੋਂ ਲੱਕੜ ਦੇ ਭਾਂਡੇ ਵਿੱਚੋਂ, ਜਿਸ ਨੂੰ ਦਰੋਣ ਕਹਿੰਦੇ ਸਨ, ਪੈਦਾ ਹੋਇਆ ਸੀ। ਸੋ ਗੁਰੂ ਕੇ ਸਿੱਖ ਵਾਸਤੇ ਇਹਨਾਂ ਸਭ ਵਿਅਕਤੀਆਂ ਅਥਵਾ ਇਹਨਾਂ ਦੇ ਨਾਮ ਨਾਲ ਜੁੜੀਆਂ ਗਾਥਾਵਾਂ ਨੂੰ ਨਿਰਮੂਲ ਸਮਝਣਾ ਚਾਹੀਦਾ ਹੈ। ਜਿਸ ਢੰਗ ਨਾਲ ਬ੍ਰਹਮਾ ਨੂੰ ਭ੍ਰਿਗੂ ਦਾ ਪਿਤਾ ਅਤੇ ਅੱਗ ਨੂੰ ਉਸ ਦੀ ਮਾਤਾ ਦਰਸਾਇਆ ਹੈ, ਉਸ ਤੋਂ ਗੁਰੂ ਕੇ ਸਿੱਖ ਵਾਸਤੇ ਭ੍ਰਿਗੂ ਵੀ ਕਲਪਨਾ ਦੀ ਹੀ ਉਪਜ ਸਿੱਧ ਹੁੰਦਾ ਹੈ। ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦ ਮਨੂ ਅਤੇ ਭ੍ਰਿਗੂ ਦੋਵੇਂ ਹਸਤੀਆਂ ਹੀ ਕਲਪਿਤ ਹਨ ਤਾਂ ਫਿਰ ਉਹਨਾਂ ਦੇ ਨਾਵਾਂ ਨਾਲ ਜੁੜੇ ਮਾਨਵ ਧਰਮ ਸ਼ਾਸਤਰ ਅਤੇ ਮਨੂ ਸਿਮਰਤੀ ਗ੍ਰੰਥਾਂ ਦਾ ਰਚੇਤਾ ਕੌਣ ਹੋਇਆ? ਹਿੰਦੂ ਧਰਮ ਦੇ ਜਿੰਨੇ ਵੀ ਪੁਰਾਣਕ ਗ੍ਰੰਥ ਹਨ ਉਹਨਾਂ ਸਾਰਿਆਂ ਬਾਰੇ ਹੀ ਇਹ ਸਵਾਲ ਪੁੱਛਣਾ ਪਵੇਗਾ ਕਿ ਇਹਨਾਂ ਨੂੰ ਲਿਖਿਆ ਕਿਸ ਨੇ ਹੈ। ਇਸ ਦਾ ਠੀਕ ਤਸੱਲੀ ਬਖਸ਼ ਉੱਤਰ ਕਿਤੋਂ ਨਹੀਂ ਮਿਲ ਸਕੇਗਾ। ਅਸਲ ਵਿੱਚ ਇਹ ਸਾਰਾ ਹੀ ਬ੍ਰਾਹਮਣੀ ਮਾਇਆ ਜਾਲ ਹੈ, ਕਿਉਂਕਿ ਨੰਬਰ 1 ਵੇਦਾਂ ਤੋਂ ਲੈ ਕੇ ਪੁਰਾਣਾਂ ਤੱਕ ਸਾਰੇ ਹਿੰਦੂ ਗ੍ਰੰਥਾਂ ਵਿੱਚ ਉਚੇਚੇ ਢੰਗ ਨਾਲ ਬ੍ਰਾਹਮਣ ਨੂੰ ਪੂਜਣਯੋਗ ਸਰਬ ਸ੍ਰੇਸ਼ਟ ਦੇਵਤਾ ਮੰਨਿਆ ਹੋਇਆ ਹੈ। ਨੰਬਰ 2 ਇਸੇ ਤਰ੍ਹਾਂ ਇਹਨਾਂ ਸਾਰੇ ਗ੍ਰੰਥਾਂ ਵਿੱਚ ਨਵੇਂ ਤੋਂ ਨਵੇਂ ਬਹਾਨੇ ਬਣਾ ਕੇ ਬ੍ਰਾਹਮਣ ਨੂੰ ਵੱਧ ਤੋਂ ਵੱਧ ਦਾਨ ਦਕਸ਼ਨਾ ਦੇਣ ਦੀ ਤਾਕੀਦ ਲਿਖੀ ਹੋਈ ਹੈ। ਹਿੰਦੂ ਧਰਮ ਦੇ ਕਾਨੂੰਨ ਦੇ ਗ੍ਰੰਥ ਮਨੂ ਸਿਮਰਤੀ ਵਿਚਲੀ ਮਰਜ਼ਾਦਾ ਪੜ੍ਹਿਆਂ ਇਹੋ ਸਮਝ ਪੈਂਦੀ ਹੈ ਕਿ ਇਸ ਵਿਚਲਾ ਸਾਰਾ ਕਾਨੂੰਨ ਜਨਤਾ ਉੱਤੇ ਬ੍ਰਾਹਮਣ ਦੀ ਪਕੜ ਨੂੰ ਕਰੜੀ ਅਤੇ ਸਦੀਵੀ ਬਣਾਈ ਰੱਖਣ ਵਾਸਤੇ ਹੀ ਬਣਾਇਆ ਗਿਆ ਹੈ। ਨਿਰਸੰਦੇਹ ਇਹ ਗ੍ਰੰਥ ਕਿਸੇ ਬੜੇ ਚਾਤਰ ਪਰਿਵਾਰ ਪਾਲਕ ਅਤੇ ਦੂਰ ਦ੍ਰਿਸ਼ਟ ਬ੍ਰਾਹਮਣ ਨੇ ਆਪ ਲਿਖ ਕੇ ਮਨ ਅਤੇ ਭ੍ਰਿਗੂ ਜਿਹੀਆਂ ਕਲਪਤ ਹਸਤੀਆਂ ਦੇ ਮੂੰਹ ਵਿੱਚ ਪਾ ਦਿੱਤੇ ਹਨ, ਤਾਂ ਜੋ ਬ੍ਰਾਹਮਣ ਦੇ ਹੱਕ ਵਿੱਚ ਲਿਖਿਆ ਸਾਰਾ ਅਨਰਥ ਖੁਦਾਈ ਹੁਕਮ ਸਮਝਿਆ ਜਾਵੇ। ਅੱਗੇ ਜਾ ਕੇ ਜਿਉਂ-ਜਿਉਂ ਵਿਚਾਰ ਚੱਲੇਗੀ ਇਹ ਤੱਥ ਹੋਰ ਤੋਂ ਹੋਰ ਸਾਫ਼ ਹੁੰਦਾ ਜਾਵੇਗਾ। ਵੇਦ ਸ਼ਾਸਤਰਾਂ ਵਾਲੇ ਪ੍ਰਕਰਣ ਵਿੱਚ ਇਸ ਵਿਸ਼ੇ ਤੇ ਹੋਰ ਵੀ ਵਿਸਥਾਰ ਨਾਲ ਵਿਚਾਰ ਕੀਤੀ ਹੈ। ਮਨੂ ਭਗਵਾਨ ਨੂੰ ਆਦਮ ਅਥਵਾ ਮਨੁੱਖ ਜਾਤੀ ਦਾ ਆਦਿ ਪਿਤਾ ਕਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਹੋ ਜਿਹਾ ਨਿਰਦਈ ਪਿਤਾ ਹੈ ਜਿਸ ਨੇ ਆਪਣੇ ਹੀ ਬੱਚਿਆਂ ਵਿੱਚੋਂ ਇੱਕ ਨੂੰ ਤਾਂ ਬ੍ਰਾਹਮਣ ਆਖ ਕੇ ਸਰਬ ਸ੍ਰੇਸ਼ਟ ਅਤੇ ਪੂਜਣਯੋਗ ਬਣਾ ਦਿੱਤਾ
ਅਤੇ ਦੂਸਰੇ ਨੂੰ ਸ਼ੂਦਰ ਆਖ ਕੇ ਪਸ਼ੂਆਂ ਤੋਂ ਵੀ ਨਖਿੱਧ ਲਿਖ ਦਿੱਤਾ। ਮਨੁੱਖ ਜਾਤੀ ਦੇ ਇਸ ਅਨੋਖੇ ਪਿਤਾ ਨੇ ਸੰਸਾਰ ਦੇ ਕਿਸੇ ਵੀ ਹੋਰ ਦੇਸ਼ ਵਿੱਚ ਨਾ ਵਰਨ ਵੰਡ ਕੀਤੀ ਅਤੇ ਨਾ ਹੀ ਕਿਸੇ ਹੋਰ ਦੇਸ਼ ਵਿੱਚ ਬ੍ਰਾਹਮਣ ਪੈਦਾ ਕੀਤਾ। ਕਿੱਡੇ ਦੁੱਖ ਵਾਲੀ ਗੱਲ ਹੈ ਕਿ ਜਿਸ ਦੇਸ਼ ਵਿੱਚ ਮਨੂ ਜੀ ਭਗਵਾਨ ਮੰਨ ਕੇ ਇਸ ਦੀਆਂ ਮੂਰਤੀਆਂ ਦੀ ਪੂਜਾ ਕਰਨ ਵਾਲੇ ਮਨੂ ਦੇ ਅਨੰਨ ਭਗਤਾਂ ਦਾ ਵਾਸਾ ਹੈ, ਉਸੇ ਭਾਰਤ ਦੀ ਮਨੁੱਖਤਾ ਵਿੱਚ ਇਸ ਨੇ ਭਾਵ ਕਥਿਤ ਆਦਿ ਪਿਤਾ ਜੀ ਨੇ ਧੜੇਬੰਦੀ ਅਤੇ ਊਚ ਨੀਚ ਵਾਲੀ ਘਿਰਣਾ ਦੇ ਜ਼ਹਿਰ ਵਿੱਚ ਭਿਉਂ ਕੇ ਫੁੱਟ ਦਾ ਅਜਿਹਾ ਬੀਜ ਬੀਜਿਆ ਕਿ ਅੱਜ ਤਾਈਂ ਭਰਾ ਨਾਲ ਭਰਾ ਰਲ ਕੇ ਨਹੀਂ ਬੈਠ ਸਕਿਆ। ਚੰਗੇ ਹਿਰਦੇ ਵਾਲਾ ਮਨੁੱਖ ਵੀ ਅਜਿਹੀ ਜਲੀਲ ਹਰਕਤ ਨਹੀਂ ਕਰਦਾ ਜਿਹੜੀ ਬ੍ਰਾਹਮਣ ਨੇ ਉਸੇ ਸ਼ਕਤੀ ਦੇ ਮੱਥੇ ਮੜੀ ਹੋਈ ਹੈ ਜਿਸ ਨੂੰ ਭਗਵਾਨ ਆਖ ਕੇ ਪੂਜਦਾ ਵੀ ਹੈ। ਤੁਲਸੀਦਾਸ ਦੇ ਰਾਮ ਚਰਿਤ ਮਾਨਸ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਬ੍ਰਾਹਮਣਾਂ ਨੇ ਪ੍ਰਮਾਤਮਾ ਦੇ 2 ਦੁਆਰਪਾਲਾਂ ਜੈ ਅਤੇ ਵਿਜੇ ਨੂੰ ਸਰਾਪ ਦਿੱਤਾ ਤਾਂ ਉਹ ਪਹਿਲਾਂ ਹਰਨਾਕਸ਼ ਅਤੇ ਹਿਰਣੇ 2 ਦੈਂਤ ਬਣੇ ਜਿਨ੍ਹਾਂ ਨੇ ਇੰਦਰ ਨੂੰ ਵੀ ਫਤਿਹ ਕਰ ਲਿਆ। ਪ੍ਰਹਿਲਾਦ ਨੂੰ ਬਚਾਉਣ ਦੇ ਯਤਨ ਵਿੱਚ ਵਿਸ਼ਨੂੰ ਨੇ ਨਰ ਸਿੰਘ ਦਾ ਰੂਪ ਧਾਰ ਕੇ ਹਰਨਾਕਸ਼ ਨੂੰ ਮਾਰਿਆ। ਫਿਰ ਉਹ ਦੋਵੇਂ ਅਸੁਰ ਜਨਮ ਲੈ ਕੇ ਰਾਵਣ ਅਤੇ ਕੁੰਭਕਰਨ ਬਣੇ। ਵਿਸ਼ਨੂੰ ਨੇ ਹੀ ਰਾਮ ਰੂਪ ਹੋ ਕੇ ਦੋਵੇਂ ਭਰਾ ਮਾਰੇ। ਭਾਵ ਇਹ ਕਿ ਬ੍ਰਾਹਮਣ ਦੇਵਤਾ ਰਾਮਚੰਦਰ ਨਾਲੋਂ ਵੀ ਲੱਖਾਂ ਸਾਲ ਪਹਿਲਾਂ ਤੋਂ ਆਪਣਾ ਸਿੱਕਾ ਈਸ਼ਵਰ ਦੇ ਘਰ ਤੱਕ ਜਮਾ ਚੁੱਕਾ ਸੀ। ਬ੍ਰਾਹਮਣ ਏਡੀ ਸ਼ਕਤੀ ਦਾ ਮਾਲਕ ਬਣ ਚੁੱਕਾ ਸੀ ਕਿ ਜੇ ਉਹ ਪ੍ਰਮਾਤਮਾ ਦੇ ਨਿੱਜੀ ਦੁਆਰਪਾਲਾਂ ਨੂੰ ਵੀ ਸਰਾਪ ਦੇ ਕੇ ਦੈਂਤ ਬਣਾ ਦੇਵੇ ਤਾਂ ਪ੍ਰਭੂ ਉਹਨਾਂ ਆਪਣੇ ਸੇਵਾਦਾਰਾਂ ਨੂੰ ਬ੍ਰਾਹਮਣ ਦੇ ਸਰਾਪ ਤੋਂ ਮੁਕਤ ਨਹੀਂ ਸੀ ਕਰਾ ਸਕਦਾ। ਹੁਣ ਤੱਕ ਦੀ ਵਿਚਾਰ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ ਬ੍ਰਾਹਮਣ ਨਾ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ ਅਤੇ ਨਾ ਹੀ ਮਨੂ ਦੇ ਕਿਸੇ ਦੇਵਤੇ ਨੇ ਹੀ ਵਰਨ ਵੰਡ ਕਰਕੇ ਇਸ ਨੂੰ ਸਰਬ ਸ੍ਰੇਸ਼ਟ ਘੋਸ਼ਿਤ ਕੀਤਾ ਸੀ। ਜਿਉਂ-ਜਿਉਂ ਪੁਰਾਣਿਕ ਗ੍ਰੰਥਾਂ ਨੂੰ ਫਰੋਲਦੇ ਜਾਈਏ ਬ੍ਰਾਹਮਣ ਦੇ ਪ੍ਰਗਟ ਹੋਣ ਦਾ ਰਹੱਸ ਹੋਰ ਡੂੰਘਾ ਹੁੰਦਾ ਜਾਣਾ ਹੈ। ਆਓ ਇਤਿਹਾਸ ਲਿਖਣ ਵਾਲਿਆਂ ਵਿਗਿਆਨੀਆਂ ਤੋਂ ਬ੍ਰਾਹਮਣ ਦੇ ਅਵਤਾਰੀ ਹੋਣ ਬਾਰੇ ਪਤਾ ਕਰ ਵੇਖੀਏ, ਕਿਉਂਕਿ ਜੇ ਮਿਥਿਹਾਸ ਦੇ ਝੂਠੇ ਵਿਪਰੀ ਝਮੇਲੇ ਵਿੱਚ ਪਏ ਰਹੇ ਤਾਂ ਇਹ ਤਾਣੀ ਉਲਝਦੀ ਹੀ ਜਾਣੀ ਹੈ। ਕੂੜਿਆਂ ਝੂਠਿਆਂ ਬਾਰੇ ਸਤਿਗੁਰ ਦਾ ਫਰਮਾਨ ਹੈ, ਕੁੜਿਆਰ ਪਛਾਹਾਂ ਸੁੱਟੀਆਂ ਕੂੜ ਹਿਰਦੇ ਕਪਟ ਮਹਾ ਦੁਖ ਪਾਵੇ, ਮੂੰਹ ਕਾਲੇ ਕੁੜਿਆਰੀਆਂ ਕੁੜਿਆਰ ਕੂੜੋ ਹੋਏ ਜਾਵੇ। ਪੰਨਾ 302। ਭਾਗ 6ਵਾਂ। ਬ੍ਰਾਹਮਣ ਦੇ ਪ੍ਰਗਟ ਹੋਣ ਦੀ ਅਸਲੀਅਤ। ਗੁਰਦੇਵ ਜੀ ਦਾ ਫਰਮਾਨ ਹੈ ਕਿ ਸ੍ਰਿਸ਼ਟੀ ਦਾ ਪਸਾਰਾ ਕਈ ਵਾਰ ਪਸਾਰਿਆ ਗਿਆ ਹੈ, ਕਈ ਵਾਰ ਪਸਰਿਓ ਪਾਸਾਰ। ਪੰਨਾ 276। ਪਰ ਜਦੋਂ ਵੀ ਇਹ ਪਸਾਰਾ ਸਮੇਟਿਆ ਸਭ ਕੁਝ ਉਸ ਦੇ ਆਪਣੇ ਵਿੱਚ ਹੀ ਸਮਾ ਗਿਆ। ਜਿਸ ਤੇ ਹੋਵਾ ਤਿਸੇ ਸਮਾਣਾ ਚੂਕ ਗਿਆ ਪਾਸਾਰਾ। ਪੰਨਾ 1258। ਪਰਮਾਤਮਾ ਤੋਂ ਹੀ ਇਹ ਜਗਤ ਪਸਾਰਾ ਉਪਜਦਾ ਹੈ ਅਤੇ ਇਸ ਦਾ ਖਾਤਮਾ ਵੀ ਉਸੇ ਤੋਂ ਹੁੰਦਾ ਹੈ। ਓਪਤ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ। ਪੰਨਾ 1186। ਸ੍ਰਿਸ਼ਟੀ ਦੀ ਸਿਰਜਣਾ ਕਦੋਂ ਅਤੇ ਕਿੰਨੀ ਵਾਰ ਹੋਈ ਇਸ ਦਾ ਠੀਕ ਪਤਾ ਸਿਰਜਣਹਾਰ ਨੂੰ ਹੀ ਹੈ। ਵਿਗਿਆਨੀਆਂ ਦੀ ਰਾਏ ਅਨੁਸਾਰ ਹੁਣ ਦੇ ਇਸ ਦ੍ਰਿਸ਼ਟਮਾਨ ਪਸਾਰੇ ਵਿੱਚ ਅਜੋਕੇ ਮਨੁੱਖ ਨੂੰ ਧਰਤੀ ਤੇ ਵਿਚਰਦਿਆਂ 4 ਲੱਖ ਸਾਲ ਦੇ ਕਰੀਬ ਦਾ ਸਮਾਂ ਹੋਇਆ ਹੈ। ਸਮੇਂ ਦੇ ਅਸਰ ਨਾਲ ਪਦਾਰਥਾਂ ਉੱਤੇ ਜੋ ਤਬਦੀਲੀ ਵਾਪਰਦੀ ਹੈ ਉਸ ਤੋਂ ਪਦਾਰਥ ਦੀ ਠੀਕ ਉਮਰ ਦਾ ਪਤਾ ਕਰ ਸਕਣ ਵਾਲੇ ਯੰਤਰ ਬਣ ਚੁੱਕੇ ਹਨ। ਪੁਰਾਤਨ ਤੋਂ ਪੁਰਾਤਨ ਮਨੁੱਖ ਦੀਆਂ ਹੱਡੀਆਂ ਬਰਫ਼ ਆਦਿ ਵਿੱਚ ਦੱਬੀਆਂ ਹੋਈਆਂ ਮਿਲ ਜਾਣ ਨਾਲ ਧਰਤੀ ਤੇ ਮਨੁੱਖ ਦੇ ਆਰੰਭ ਸਮੇਂ ਨੂੰ ਨਿਸ਼ਚਿਤ ਕੀਤਾ ਹੈ। ਬ੍ਰਾਹਮਣ ਵਾਲਾ ਅਟਕਲ ਪੱਚੂ ਨਹੀਂ ਹੈ। ਮਨੁੱਖ ਦੀ ਜ਼ਿੰਦਗੀ ਦੇ ਪੜਚੋਲੀਏ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭਾਰਤ ਦਾ ਆਰੰਭਕ ਮਨੁੱਖ ਨੰਗਾ ਧੜੰਗਾ ਜੰਗਲਾਂ ਅਥਵਾ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦਾ ਸੀ ਅਤੇ ਕੰਦਮੂਲ ਖਾ ਕੇ ਜਾਂ ਪਸ਼ੂ ਪੰਛੀਆਂ ਦੇ ਮਾਸ ਨਾਲ ਢਿੱਡ ਭਰ ਕੇ ਆਪਣਾ ਨਿਰਵਾਹ ਕਰਦਾ ਸੀ। ਫਿਰ ਪੱਥਰ ਦੇ ਸੰਦਾਂ ਦੀ ਵਰਤੋਂ ਸਿੱਖ ਗਿਆ ਤਾਂ ਇਸ ਨੂੰ ਪੱਥਰ ਦਾ ਜ਼ਮਾਨਾ ਕਿਹਾ ਗਿਆ ਅਤੇ ਜਦ ਮਨੁੱਖ ਧਾਤ ਦੇ ਸੰਦ ਬਣਾ ਕੇ ਕੁੱਲੀਆਂ ਆਦਿ ਬਣਾਉਣ ਤੱਕ ਪੁੱਜ ਗਿਆ ਤਾਂ ਉਸ ਨੂੰ ਧਾਤ ਦਾ ਜ਼ਮਾਨਾ ਕਰਕੇ ਜਾਣਿਆ ਗਿਆ। ਉਸ ਸਮੇਂ ਤਾਈਂ ਪੱਤਿਆਂ ਅਤੇ ਛਿੱਲੜਾਂ ਨਾਲ ਨੰਗੇਜ ਕੱਜਣ ਦੀ ਸੋਝੀ ਵੀ ਆ ਗਈ ਸੀ। ਹੌਲੀ ਹੌਲੀ ਖੇਤੀਬਾੜੀ ਕਰਨ ਅਤੇ ਬਸਤੀਆਂ ਬਣਾ ਕੇ ਰਹਿਣ ਲੱਗਾ। ਇੰਨੇ ਚਿਰ ਵਿੱਚ ਮੱਧ ਏਸ਼ੀਆ ਅਤੇ ਵਿਸ਼ੇਸ਼ ਕਰਕੇ ਯੂਨਾਨ
ਅਤੇ ਕੁਝ ਈਰਾਨ ਦੇ ਇਲਾਕੇ ਵਿੱਚੋਂ ਲੋਕ ਆ ਗਏ ਜੋ ਏਰੀਅਨ ਅਥਵਾ ਆਰੀਆ ਕਰਕੇ ਜਾਣੇ ਗਏ। ਇਹ ਲੋਕ ਪਹਿਲਾਂ ਸਿੰਧ ਅਥਵਾ ਅਟਕ ਦਰਿਆ ਦੇ ਕੰਢੇ ਪਾਕਿਸਤਾਨ ਵਿੱਚ ਵਸੇ ਅਤੇ ਹੌਲੀ-ਹੌਲੀ ਪੰਜਾਬ ਅਤੇ ਹਿੰਦ ਦੇ ਹੋਰ ਇਲਾਕਿਆਂ ਵਿੱਚ ਖਿਲਰਦੇ ਗਏ। ਇਹ ਲੋਕ ਸੁਧਰੀ ਹੋਈ ਜ਼ਿੰਦਗੀ ਗੁਜ਼ਾਰਨਾ ਸਿੱਖ ਚੁੱਕੇ ਸਨ। ਯੂਨਾਨ ਤੋਂ ਆਏ ਲੋਕ ਤਾਂ ਅੱਖਰਾਂ ਦੀ ਬੋਲੀ ਵੀ ਜਾਣਦੇ ਸਨ। ਇਹਨਾਂ ਨੇ ਬਸਤੀਆਂ ਅਥਵਾ ਪਿੰਡਾਂ ਵਿੱਚ ਰਹਿਣਾ ਆਰੰਭ ਕੀਤਾ। ਖੇਤੀਬਾੜੀ ਇਹਨਾਂ ਦਾ ਮੁੱਖ ਕਿੱਤਾ ਸੀ। ਬਸਤੀ ਜਾਂ ਪਿੰਡਾਂ ਦੇ ਅਮਨ ਚੈਨ ਦਾ ਪ੍ਰਬੰਧ ਰੱਖਣ ਵਾਸਤੇ ਮੁਖੀਏ ਵੀ ਥਾਪਣ ਲੱਗ ਪਏ ਸਨ। ਇਹ ਸਮਾਂ 5 ਤੋਂ 6000 ਸਾਲ ਦੇ ਵਿਚਕਾਰ ਦਾ ਲਿਖਿਆ ਹੈ। ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੀਤੇ, ਤੁਝ ਬਿਨ ਕਵਣ ਕਹਾਏ। ਕਾਲ ਬਿਕਾਲ ਭਏ ਦੇਵਾਨੇ, ਮਨ ਰਾਖਿਆ ਗੁਰ ਠਾਏ, ਨਾਨਕ ਅਵਗੁਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਪੰਨਾ 764। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪਹਿਲੇ ਦੇ ਦੂਜੇ ਕਾਂਡ ਦਾ ਚੌਥਾ, ਪੰਜਵਾਂ ਅਤੇ ਛੇਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।